ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲਰਨਿੰਗ ਡਿਸੇਬਿਲਿਟੀਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ। ਇਸ ਤੋਂ ਸੰਬੰਧਿਤ ਜਿੰਨੀਆਂ ਵੀ ਟਰਮਾਂ ਹੋਣਗੀਆਂ ਪੀਐਸ ਟੈਟ ਦੇ ਐਗਜ਼ਾਮ ਦੇ ਵਿੱਚ ਇਹ ਜਿਹੜੀ ਤੁਹਾਨੂੰ ਟਰਮ ਹੈ, ਜਿਹੜਾ ਟੌਪਿਕ ਹੈ, ਇਹ ਕਿਉਂ ਦਿੱਤਾ ਗਿਆ ਹੈ ਤੇ ਇਹ ਤੁਹਾਨੂੰ ਜਾਣਨ ਦੀ ਲੋੜ ਵੀ ਕਿਉਂ ਹੈ। ਲਰਨਿੰਗ ਡਿਸੇਬਿਲਿਟੀਜ਼ ਮੇਨਲੀ ਸਟੂਡੈਂਟ ਦੇ ਵਿੱਚ ਪਾਈ ਜਾ ਸਕਦੀ ਹੈ, ਕਿਸੇ ਪਰਸਨ ਦੇ ਵਿੱਚ ਪਾਈ ਜਾ ਸਕਦੀ ਹੈ। ਲਰਨਿੰਗ ਡਿਸੇਬਿਲਿਟੀਜ਼ ਹੁੰਦੀਆਂ ਕੀ ਨੇ ਜੀ, ਆਪਾਂ ਇਹਦੀ ਵੀ ਗੱਲ ਕਰਾਂਗੇ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਭਾਵੇਂ ਪੀਐਸ ਟੈਟ ਦਾ ਪੇਪਰ 1 ਹੋਵੇ ਭਾਵੇਂ ਪੇਪਰ 2 ਹੋਵੇ, ਇੱਕ ਅੱਧਾ ਪ੍ਰਸ਼ਨ ਜਿਹੜਾ ਹੈ ਜੀ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ। ਸੋ ਇਹਦੀ ਆਪਾਂ ਗੱਲ ਕਰਾਂਗੇ। ਪਹਿਲਾਂ ਤਾਂ ਆਪਾਂ ਇਹ ਸਮਝਦੇ ਹਾਂ ਕਿ ਲਰਨਿੰਗ ਡਿਸੇਬਿਲਿਟੀਜ਼ ਹੁੰਦੀਆਂ ਕੀ ਨੇ। ਸਾਰਿਆਂ ਨਾਲ ਪਹਿਲਾਂ ਕਿਸੇ ਵੀ ਪਰਸਨ ਨੂੰ ਤੁਸੀਂ ਵੇਖਿਆ ਹੋਊਗਾ, ਇੱਕ ਪਰਸਨ ਜਿਹੜਾ ਕਿ ਆਪਦੀ ਜ਼ਿੰਦਗੀ ਦੇ ਵਿੱਚ ਸਾਰੇ ਨਾਰਮਲ ਜਿਹੜੇ ਕੰਮ ਹੈਗੇ ਜੀ ਉਹ ਕਰ ਸਕਦਾ, ਜਿਵੇਂ ਕਿ ਪੜ੍ਹ ਲਿਖ ਸਕਦਾ ਹੈ, ਭੱਜ ਸਕਦਾ ਹੈ, ਗੱਲ ਕਰ ਸਕਦਾ ਹੈ, ਆਪਦੇ ਵਿਚਾਰ ਜਿਹੜੇ ਹੈਗੇ ਆ ਜੀ ਉਹ ਕਿਸੇ ਸਾਹਮਣੇ ਜਦੋਂ ਰੱਖ ਸਕਦਾ ਹੈ, ਉਹਨੂੰ ਆਪਾਂ ਕੀ ਕਹਿੰਦੇ ਆ ਜੀ, ਨਾਰਮਲ ਪਰਸਨ ਕਹਿੰਦੇ ਆ ਆਪਾਂ, ਜਾਂ ਫਿਰ ਨਾਰਮਲ ਚਾਈਲਡ ਕਹਿ ਸਕਦੇ ਆ। ਉਸੇ ਹੀ ਜਗ੍ਹਾ ਤੇ ਇੱਕ ਹੋਰ ਬੱਚਾ ਇਹੋ ਜਿਹਾ ਹੈ ਜਿਹਨੂੰ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ। ਉਹਦੇ ਰੀਜ਼ਨ ਕੁਝ ਵੀ ਹੋ ਸਕਦੇ ਆ, ਕੀ ਪਤਾ ਉਹ ਜਿਹੜੀ ਬਿਮਾਰੀ ਹੈ ਜਾਂ ਫਿਰ ਲਰਨਿੰਗ ਡਿਸੇਬਿਲਿਟੀ ਹੈ ਉਹ ਹੈਰੀਡਿਟੀ ਦੇ ਥਰੂ ਪ੍ਰਾਪਤ ਹੋਈ ਹੋਵੇ ਉਸ ਬੱਚੇ ਨੂੰ, ਜਾਂ ਫਿਰ ਉਹਦੇ ਮਾਪਿਓ ਨੇ ਉਹਦੀ ਜਿਹੜੀ ਕਹਿ ਲਓ ਕੇਅਰ ਹੈਗੀ ਹੈ ਬੱਚੇ ਦੀ ਉਹ ਸਹੀ ਤਰ੍ਹਾਂ ਨਹੀਂ ਕੀਤੀ, ਜਿਹਦੇ ਕਰਕੇ ਵੀ ਇਹ ਤੁਹਾਨੂੰ ਜਿਹੜੀ ਡਿਸੇਬਿਲਿਟੀਜ਼ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ ਕਿਸੇ ਵੀ ਬੱਚੇ ਦੇ ਵਿੱਚ। ਸੋ ਬੇਸਿਕਲੀ ਡਿਸੇਬਿਲਿਟੀ ਕੀ ਹੈ, ਕਿਸੇ ਵੀ ਪਰਸਨ ਦੇ ਫਿਜ਼ੀਕਲ ਫੰਕਸ਼ਨਿੰਗ ਦੇ ਵਿੱਚ ਜਾਂ ਫਿਰ ਮੈਂਟਲੀ ਕੋਈ ਉਹਨੇ ਫੰਕਸ਼ਨਿੰਗ ਕਰਨੀ ਆ, ਉਹਦੀ ਫੰਕਸ਼ਨਿੰਗ ਦੇ ਵਿੱਚ ਜਦੋਂ ਲਿਮਿਟੇਸ਼ਨ ਲੱਗ ਜਾਂਦੀ ਹੈ ਉਹਨੂੰ ਤੁਸੀਂ ਕੀ ਕਹਿੰਦੇ ਹੋ ਜੀ, ਉਹਨੂੰ ਤੁਸੀਂ ਲਰਨਿੰਗ ਡਿਸੇਬਿਲਿਟੀਜ਼ ਕਹਿ ਦਿੰਦੇ ਹੋ, ਜਾਂ ਫਿਰ ਤੁਸੀਂ ਉਹਨਾਂ ਨੂੰ ਡਿਫਰੈਂਟਲੀ ਏਬਲਡ ਕਹਿ ਦਿੰਦੇ ਹੋ, ਜਾਂ ਫਿਰ ਤੁਸੀਂ ਉਹਨਾਂ ਨੂੰ ਸਪੈਸ਼ਲ ਬੱਚੇ ਕਹਿ ਸਕਦੇ ਹੋ। ਸੋ ਇਹਦੇ ਵਿੱਚ ਕੁਝ ਟਰਮਾਂ ਨੇ ਜਿਵੇਂ ਕਿ ਡਿਸਲੈਕਸੀਆ ਹੋ ਗਈ, ਡਿਸਗ੍ਰਾਫੀਆ ਹੋ ਗਈ, ਡਿਸਕੈਲਕੁਲੀਆ, ਡਿਸਫੇਜ਼ੀਆ ਦੇ ਨਾਲ ਅਫੇਜ਼ੀਆ, ਇਹਨੂੰ ਇਕੱਠਿਆਂ ਨੂੰ ਆਪਾਂ ਦੋਵਾਂ ਨੂੰ ਹੀ ਬੋਲਦੇ ਹਾਂ, ਮਤਲਬ ਕਿ ਡਿਸਫੇਜ਼ੀਆ ਵੀ ਕਹਿ ਸਕਦੇ ਹੋ, ਅਫੇਜ਼ੀਆ ਵੀ ਕਹਿ ਸਕਦੇ ਹੋ। ਡਿਸਪ੍ਰੈਕਸੀਆ ਤੇ ਅਪ੍ਰੈਕਸੀਆ, ADHD ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ, ਔਟਿਜ਼ਮ ਸਪੈਕਟਰਮ ਡਿਸਆਰਡਰ ਜਿਹਨੂੰ ਤੁਸੀਂ ASD ਕਹਿ ਸਕਦੇ ਹੋ। ਇਸ ਤੋਂ ਬਾਅਦ ਆ ਜੀ ਸੈਰੇਬਰਲ ਪੈਲਸੀ, ਉਸ ਤੋਂ ਬਾਅਦ ਆ ਗਿਆ ਜੀ PSTD ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ। ਸੋ ਇਹ ਕੁਝ 8-9 ਤੁਹਾਡੀਆਂ ਟਰਮਾਂ ਨੇ ਲਰਨਿੰਗ ਡਿਸੇਬਿਲਿਟੀਜ਼ ਤੋਂ ਸੰਬੰਧਿਤ। ਇਹਨਾਂ ਦੇ ਵਿੱਚੋਂ ਹੀ ਜਿਹੜੇ ਪ੍ਰਸ਼ਨ ਨੇ ਜੀ ਬਣਦੇ ਨੇ। ਸੋ ਬੇਸਿਕਲੀ ਜੇ ਆਪਾਂ ਗੱਲ ਕਰੀਏ ਲਰਨਿੰਗ ਡਿਸੇਬਿਲਿਟੀ ਦੇ ਵਿੱਚ ਕਿਸੇ ਵੀ ਬੱਚੇ ਨੂੰ ਵਿਜ਼ੂਅਲ ਦੀ ਜਿਹੜੀ ਵੇਖਣ ਦੀ ਗੱਲ ਹੈ ਜੀ ਉਹਦੇ ਵਿੱਚ ਸਮੱਸਿਆ ਆ ਸਕਦੀ ਹੈ, ਔਰਲ ਜਿਹਦੇ ਵਿੱਚ ਕਿ ਲਿਸਨਿੰਗ ਦੀ ਉਹਨੂੰ ਸਮੱਸਿਆ ਆ ਸਕਦੀ ਹੈ, ਫਿਜ਼ੀਕਲ ਕੋਈ ਉਹਨੂੰ ਕੰਮ ਕਰਨ ਦੇ ਵਿੱਚ ਜਿਹੜੀਆਂ ਮੋਟਰ ਐਕਟੀਵਿਟੀਜ਼ ਹੁੰਦੀਆਂ ਨੇ ਉਹ ਕਰਨ ਦੇ ਵਿੱਚ ਦਿੱਕਤ ਆ ਸਕਦੀ ਹੈ, ਜਾਂ ਫਿਰ ਕਹਿ ਲਓ ਲੈਂਗੁਏਜ ਐਂਡ ਅਦਰ ਰਿਲੇਟਡ ਪ੍ਰੋਬਲਮਸ, ਜਿਵੇਂ ਕਿ ਆਪਦੇ ਜਿਹੜੇ ਵਿਚਾਰ ਨੇ ਉਹ ਬੱਚਾ ਜਦੋਂ ਸਹੀ ਤਰ੍ਹਾਂ ਨਹੀਂ ਰੱਖ ਪਾਉਂਦਾ, ਕੋਆਰਡੀਨੇਸ਼ਨ ਨਹੀਂ ਬਣਾ ਪਾਉਂਦਾ। ਪੇਇੰਗ ਅਟੈਂਸ਼ਨ ਦੀ ਇੱਕ ਗੱਲ ਕੀਤੀ ਜਾਂਦੀ ਹੈ ਜੀ, ਜਿਹਦੇ ਵਿੱਚ ਮੰਨ ਲਓ ਵੀ ਤੁਸੀਂ ਕਲਾਸ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹੋ ਤੇ ਕੀ ਹੁੰਦਾ ਹੈ ਵੀ ਬੱਚੇ ਕੁਝ ਧਿਆਨ ਨਹੀਂ ਦਿੰਦੇ, ਉਹਨਾਂ ਦਾ ਧਿਆਨ ਜਿਹੜਾ ਕਹਿ ਲਓ ਵੀ ਕਲਾਸ ਤੋਂ ਬਾਹਰ ਹੁੰਦਾ, ਜਾਂ ਫਿਰ ਕਹਿ ਲਓ ਕਿ ਫਿਜ਼ੀਕਲੀ ਤਾਂ ਉਹ ਕਲਾਸ ਦੇ ਵਿੱਚ ਹੁੰਦੇ ਨੇ ਬਟ ਉਹ ਤੁਹਾਡੀਆਂ ਗੱਲਾਂ ਨੂੰ ਨਹੀਂ ਸੁਣ ਰਹੇ ਹੁੰਦੇ। ਇਸ ਤੋਂ ਬਾਅਦ ਇੱਕ ਮੈਥਮੈਟੀਕਲ ਦੀ ਵੀ ਗੱਲ ਕੀਤੀ ਜਾਂਦੀ ਹੈ, ਜਿਹਦੇ ਵਿੱਚ ਬੱਚੇ ਮੇਨਲੀ ਕੈਲਕੂਲੇਸ਼ਨ ਨਹੀਂ ਕਰ ਪਾਉਂਦੇ। ਤੇ ਇਸ ਦੇ ਬਾਅਦ ਇੱਕ ਆਪਾਂ ਕਹਿ ਸਕਦੇ ਹਾਂ ਇੰਟੈਲੈਕਚੁਅਲ, ਜਿਹਦੇ ਵਿੱਚ ਕਹਿ ਲਓ ਕਿ ਬੱਚੇ ਆਪਦੀ ਲੌਜੀਕਲ ਰੀਜ਼ਨਿੰਗ ਵਗੈਰਾ ਲਗਾ ਕੇ ਤੁਹਾਡਾ ਜਿਹੜਾ ਪ੍ਰਸ਼ਨ ਜੋ ਤੁਸੀਂ ਪੁੱਛਿਆ ਹੋਊਗਾ ਉਹਦਾ ਜਵਾਬ ਨਹੀਂ ਦੇ ਸਕਦੇ। ਤੁਹਾਨੂੰ ਇਹ ਸਭ ਪੜ੍ਹਨ ਦੀ ਲੋੜ ਵੀ ਕੀ ਹੈ, ਕਿਉਂਕਿ ਪੀਐਸ ਟੈਟ ਦਾ ਜਿਹੜਾ ਐਗਜ਼ਾਮ ਹੈ ਉਹ ਕੀ ਹੈ ਜੀ, ਟੀਚਿੰਗ ਐਲੀਜੀਬਿਲਿਟੀ ਦਾ ਇੱਕ ਐਗਜ਼ਾਮ ਹੈ। ਸੋ ਬੇਸਿਕਲੀ ਸਰਕਾਰ ਤੁਹਾਨੂੰ ਇਹ ਟੈਸਟ ਲੈਂਦੀ ਹੀ ਕਿਉਂ ਆ, ਕਿਉਂਕਿ ਉਹ ਵੇਖਣਾ ਚਾਹੁੰਦੀ ਹੈ ਕਿ ਕੀ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੈ, ਕਿ ਜੇਕਰ ਤੁਸੀਂ ਕੱਲ ਨੂੰ ਤੁਹਾਨੂੰ ਟੀਚਿੰਗ ਦੀ ਵਿੱਚ ਜੌਬ ਮਿਲ ਜਾਂਦੀ ਹੈ ਤੁਸੀਂ ਇਹਨਾਂ ਬੱਚਿਆਂ ਨੂੰ ਸਾਂਭ ਪਾਉਂਦੇ ਹੋ ਜਾਂ ਨਹੀਂ ਪਾਉਂਦੇ। ਸੋ ਕਲਾਸ ਨੂੰ ਹੈਂਡਲ ਕਰਨ ਲੱਗੇ ਤੁਹਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੋਊਗਾ ਤੇ ਤੁਸੀਂ ਕਲਾਸ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕਦੇ ਹੋ। ਇਸ ਕਰਕੇ ਇਹ ਸਭ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਪੜ੍ਹਨ ਦੀ ਲੋੜ ਹੈ। ਹੁਣ ਆਪਾਂ ਆਉਨੇ ਆ ਜੀ ਆਪਣੀ ਮੇਨ ਗੱਲ ਤੇ। ਹੁਣ ਆਪਾਂ ਇਹ ਜਿਹੜੀਆਂ ਵੀ ਡਿਸੇਬਿਲਿਟੀਜ਼ ਨੇ ਇਹਨਾਂ ਨੂੰ ਆਪਾਂ ਸਮਝ ਲੈਂਦੇ ਆ। ਸਰ ਨਾਲ ਜਿਹੜੀ ਪਹਿਲੀ ਹੈ ਉਹ ਹੈ ਡਿਸਲੈਕਸੀਆ। ਇਹ ਹੈਗੀ ਹੈ ਜੀ ਰੀਡਿੰਗ ਤੋਂ ਸੰਬੰਧਿਤ। ਇਹਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਮੂਵੀ ਵੇਖੀ ਹੋਣੀ ਹੈ ਤਾਰੇ ਜ਼ਮੀਨ ਪਰ, ਉਹਦੇ ਵਿੱਚ ਇਸ਼ਾਨ ਨਾਮ ਦਾ ਇੱਕ ਬੱਚਾ ਹੁੰਦਾ, ਉਹਨੂੰ ਨਾ ਪੜ੍ਹਨ ਦੇ ਵਿੱਚ ਦਿੱਕਤ ਆਉਂਦੀ ਹੁੰਦੀ ਹੈ। ਵੈਸੇ ਵੇਖੋ ਕਿ ਉਹਦੀ ਡਰਾਇੰਗ ਵਗੈਰਾ ਆਰਟ ਵਗੈਰਾ ਕਿੰਨੀ ਵਧੀਆ ਹੁੰਦੀ ਹੈ, ਪੇਂਟਿੰਗ ਕਿੰਨੀਆਂ ਸੋਹਣੀਆਂ ਬਣਾਉਂਦਾ ਹੁੰਦਾ, ਬਟ ਕੀ ਹੈ ਜੀ ਉਹਨੂੰ ਅੱਖਰਾਂ ਦੇ ਵਿੱਚ ਅੱਖਰਾਂ ਨੂੰ ਪਛਾਣਨ ਦੇ ਵਿੱਚ ਉਹਨੂੰ ਥੋੜੀ ਜਿਹੀ ਦਿੱਕਤ ਹੁੰਦੀ ਹੈ। ਜਿਵੇਂ ਕਿ ਉਹ B ਨੂੰ D ਪੜ੍ਹਦਾ ਹੈ, ਉਹ ਅੱਖਰਾਂ ਦੇ ਵਿੱਚ ਕਨਫਿਊਜ਼ ਹੋ ਜਾਂਦਾ, ਸੋ ਕੋਡਿੰਗ ਡੀਕੋਡਿੰਗ ਨਹੀਂ ਕਰ ਸਕਦਾ ਉਹ। ਸੋ ਮੇਨਲੀ ਡਿਸਲੈਕਸੀਆ ਕੀ ਹੈ ਜੀ, ਇਹ ਪੜ੍ਹਨ ਤੋਂ ਸੰਬੰਧਿਤ ਹੈ, ਇਹ ਪੜ੍ਹਨ ਤੋਂ ਸੰਬੰਧਿਤ ਇੱਕ ਲਰਨਿੰਗ ਡਿਸੇਬਿਲਿਟੀ ਹੈਗੀ ਆ। ਬਟ ਜੇਕਰ ਇਸ ਤੇ ਧਿਆਨ ਦਿੱਤਾ ਜਾਵੇ ਤੇ ਜਿਹੜੇ ਬੱਚੇ ਹੈਗੇ ਆ ਜੀ ਇਹਦੇ ਵਿੱਚ ਸੁਧਾਰ ਕਰ ਸਕਦੇ ਨੇ। ਇਸ ਤੋਂ ਬਾਅਦ ਆ ਗਿਆ ਜੀ ਡਿਸਗ੍ਰਾਫੀਆ। ਇਹ ਹੈ ਸੰਬੰਧਿਤ ਰਾਈਟਿੰਗ ਤੋਂ। ਗੰਦੀ ਹੈਂਡ ਰਾਈਟਿੰਗ ਦੀ ਨਹੀਂ ਗੱਲ ਕਰ ਰਿਹਾ ਮੈਂ, ਉਹਨਾਂ ਨੂੰ ਲਿਖਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਸਮਝ ਲਓ ਕਿ ਜਿਹੜਾ ਬੱਚਾ ਹੈ ਉਹ ਗੰਦੀ ਹੈਂਡ ਰਾਈਟਿੰਗ ਕਰ ਰਿਹਾ, ਉਹ ਡਿਸਗ੍ਰਾਫੀਆ ਦੇ ਵਿੱਚ ਨਹੀਂ ਆਊਗਾ। ਸੋ ਡਿਸਗ੍ਰਾਫੀਆ ਦੇ ਵਿੱਚ ਮੇਨਲੀ ਆਪਾਂ ਰਾਈਟਿੰਗ ਤੋਂ ਸੰਬੰਧਿਤ ਗੱਲ ਕਰਦੇ ਹਾਂ ਕਿ ਜਦੋਂ ਬੱਚੇ ਨੂੰ ਲਿਖਣ ਦੇ ਵਿੱਚ ਸਮੱਸਿਆ ਆਉਂਦੀ ਹੈ ਉਹਨੂੰ ਤੁਸੀਂ
ਰਾਈਟਿੰਗ ਲਰਨਿੰਗ ਡਿਸੇਬਿਲਟੀ ਕਹਿ ਦਿੰਦੇ ਹੋ। ਹੁਣ ਗੱਲ ਕਰਦੇ ਹਾਂ ਜੀ ਡਿਸਕੈਲਕੁਲੀਆ। ਇਹਦੇ ਵਿੱਚ ਕੀ ਲਿਖਿਆ ਹੋਇਆ ਜੀ ਕੈਲਕੁਲੀਆ ਮਤਲਬ ਉਹਨਾਂ ਨੂੰ ਕੈਲਕੂਲੇਸ਼ਨ ਕਰਨ ਦੇ ਵਿੱਚ ਜਦੋਂ ਸਮੱਸਿਆਵਾਂ ਆਉਣ, ਜਦੋਂ ਕੈਲਕੂਲੇਸ਼ਨ ਨਾ ਚੰਗੀ ਤਰ੍ਹਾਂ ਕਰ ਪਾਉਣ, ਉਹਨੂੰ ਤੁਸੀਂ ਕਹਿੰਦੇ ਹੋ ਜੀ ਡਿਸਕੈਲਕੁਲੀਆ। ਹੁਣ ਆ ਗਿਆ ਜੀ ਡਿਸਫੇਜ਼ੀਆ ਜਾਂ ਫਿਰ ਅਫੇਜ਼ੀਆ। ਇਹਦੇ ਵਿੱਚ ਕੀ ਹੁੰਦਾ ਹੈ ਜੀ, ਇਹਦੇ ਵਿੱਚ ਮੇਨਲੀ ਬੋਲਣ ਤੋਂ ਸੰਬੰਧਿਤ ਇਹ ਜਿਹੜੀ ਗੱਲ ਹੈ ਜੀ ਉਹ ਕੀਤੀ ਜਾਂਦੀ ਹੈ। ਇਹਦੇ ਵਿੱਚ ਜਿਹੜਾ ਬੱਚਾ ਹੋਏਗਾ ਜੀ ਉਹਦੇ ਵਿੱਚ ਲੈਂਗੁਏਜ ਡਿਸਆਰਡਰ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਬੱਚਾ ਜਨਰੇਸ਼ਨ ਆਫ ਸਪੀਚ ਹੈ ਜਿਹੜੇ ਜੀ ਉਹ ਨਹੀਂ ਚੰਗੀ ਤਰ੍ਹਾਂ ਕਰ ਸਕਦਾ। ਕਈ ਵਾਰ ਕੀ ਹੁੰਦਾ ਹੈ ਕਿ ਬੱਚਾ ਜਿਹੜਾ ਦਿੱਤਾ ਟੈਕਸਟ ਹੁੰਦਾ ਉਹਨੂੰ ਵੀ ਨਹੀਂ ਸਮਝ ਪਾਉਂਦਾ। ਇਹ ਮੇਨਲੀ ਹੁੰਦਾ ਕਿਉਂ ਹੈ, ਜਦੋਂ ਕਈ ਵਾਰ ਕਹਿ ਲਓ ਕਿ ਬ੍ਰੇਨ ਦੇ ਵਿੱਚ ਡੈਮੇਜ ਹੋ ਜਾਵੇ ਜਾਂ ਫਿਰ ਕੋਈ ਹੋਰ ਬਿਮਾਰੀ ਵੀ ਹੋ ਜਾਏ ਜਿਹਦੇ ਕਰਕੇ ਬ੍ਰੇਨ ਡੈਮੇਜ ਹੋਇਆ ਹੋਵੇ, ਇਹਦੇ ਕਰਕੇ ਤੁਹਾਨੂੰ ਡਿਸਫੇਜ਼ੀਆ ਜਾਂ ਫਿਰ ਅਫੇਜ਼ੀਆ ਜਿਹੜੀ ਡਿਸਆਰਡਰ ਹੈ, ਲਰਨਿੰਗ ਡਿਸਆਰਡਰ, ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ 5th ਤੇ ਡਿਸਪ੍ਰੈਕਸੀਆ ਐਂਡ ਅਪ੍ਰੈਕਸੀਆ। ਹੁਣ ਤੁਸੀਂ ਇਹ ਵੀ ਪੁੱਛ ਸਕਦੇ ਹੋ ਕਿ ਸਰ ਡਿਸ ਦੇ ਵਿੱਚ ਤੇ ਇਹ ਦੇ ਵਿੱਚ ਕੀ ਮਤਲਬ ਹੈ, ਮਤਲਬ ਕਿ ਇੱਥੇ ਡਿਸਪ੍ਰੈਕਸੀਆ ਲਿਖਿਆ ਹੋਇਆ, ਅਪ੍ਰੈਕਸੀਆ ਲਿਖਿਆ ਹੋਇਆ ਤੇ ਮੈਂ ਇਹਦੇ ਨਾਲ ਹੀ ਇਹਦੇ ਲਿਖਿਆ ਹੋਇਆ, ਮਤਲਬ ਇਹ ਜਦੋਂ ਲੱਗ ਜਾਂਦਾ ਇਹਦਾ ਮਤਲਬ ਹੈ ਕਿ ਐਬਸੈਂਟ ਹੈ ਉਹ ਜਿਹੜੀ ਚੀਜ਼ ਹੈਗੀ ਆ। ਡਿਸਪ੍ਰੈਕਸੀਆ ਜਾਂ ਫਿਰ ਅਪ੍ਰੈਕਸੀਆ ਦੇ ਵਿੱਚ ਮੂਲੀ ਮੋਟਰ ਸਪੀਚ ਤੋਂ ਸੰਬੰਧਿਤ ਹੈ। ਇਹਦੇ ਵਿੱਚ ਜਿਹੜਾ ਬੱਚਾ ਹੋਏਗਾ ਆਪਦੇ ਬ੍ਰੇਨ ਦਾ ਤੇ ਆਪਦੀ ਜਿਹੜੀ ਬਾਡੀ ਮੂਵਮੈਂਟ ਦਾ ਜਿਹੜਾ ਕੰਬੀਨੇਸ਼ਨ ਹੈ ਜਾਂ ਫਿਰ ਕੋਆਰਡੀਨੇਸ਼ਨ ਹੈ ਉਹ ਨਹੀਂ ਬਣਾ ਪਾਉਂਦਾ। ਇਹਨੂੰ ਆਪਾਂ ਕਹਿੰਦੇ ਆ ਜੀ ਡਿਸਪ੍ਰੈਕਸੀਆ ਜਾਂ ਫਿਰ ਅਪ੍ਰੈਕਸੀਆ। ਉਹਦਾ ਜਿਹੜਾ ਬੈਲੈਂਸ ਹੋਏਗਾ ਜੀ ਆਪਦੀ ਬਾਡੀ ਦਾ, ਆਪਦੇ ਬ੍ਰੇਨ ਤੇ ਬਾਡੀ ਤੇ, ਉਹ ਇੰਬੈਲੈਂਸ ਹੋਏਗਾ, ਵੀ ਚੰਗੀ ਤਰ੍ਹਾਂ ਨਹੀਂ ਹੋਏਗਾ। ਇਸ ਦੇ ਨਾਲ ਹੀ ਉਹਦਾ ਕਹਿ ਲਓ ਕਿ ਜਦੋਂ ਡਾਂਸ ਵਗੈਰਾ ਕਰ ਸਕਦਾ ਹੈ ਜਾਂ ਫਿਰ ਕੋਈ ਹੋਰ ਵੀ ਮੂਵਮੈਂਟ ਕਰਦਾ ਹੈ ਤੇ ਉਹਦੇ ਵਿੱਚ ਵੀ ਤੁਹਾਨੂੰ ਇੱਕ ਰਿਦਮ ਹੁੰਦੀ ਹੈ ਨਾ, ਉਹ ਵੇਖਣ ਨੂੰ ਨਹੀਂ ਮਿਲੇਗੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ADHD ਦੀ। ਵੈਸੇ ADHD ਇੱਕ ਅੰਬ੍ਰੇਲਾ ਟਰਮ ਹੈਗੀ, ਇਹਦੇ ਵਿੱਚ ਕਾਫੀ ਸਾਰੀਆਂ ਕਹਿ ਲਓ ਕਿ ਲਰਨਿੰਗ ਡਿਸੇਬਿਲਿਟੀਜ਼ ਆ ਜਾਂਦੀਆਂ। ਅਟੈਂਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ। ਇਹਦੇ ਵਿੱਚ ਜਿਹੜੇ ਬੱਚੇ ਹੁੰਦੇ ਆ ਜੀ ਉਹ ਕੀ ਕਰਦੇ ਨੇ ਜੀ, ਉਹ ਕਿਸੇ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਨਹੀਂ। ਕਲਾਸ ਦੇ ਵਿੱਚ ਕਈ ਵਾਰ ਤੁਸੀਂ ਇਹੋ ਜਿਹੇ ਬੱਚੇ ਵੇਖੇ ਹੋਣਗੇ ਜਿਹੜੇ ਕਿ ਕਿਸੇ ਦੀ ਗੱਲ ਨਹੀਂ ਸੁਣਦੇ, ਇੱਧਰ ਉੱਧਰ ਭੱਜਦੇ ਰਹਿੰਦੇ ਆ ਜੀ, ਜਾਂ ਫਿਰ ਕਹਿ ਲਓ ਕਿ ਦੂਜਿਆਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਆ, ਇੰਟਰਪਟ ਕਰਨਗੇ। ਸੋ ADHD ਦੇ ਵਿੱਚ ਮੇਨਲੀ ਤੁਹਾਨੂੰ ਜਿਹੜੀ ਇਹ ਗੱਲ ਹੈ ਜੀ ਇਹ ਵੇਖਣ ਨੂੰ ਮਿਲਦੀ ਹੈ ਬੱਚਿਆਂ ਦੇ ਵਿੱਚ। ਹੁਣ ਗੱਲ ਕਰਦੇ ਹਾਂ ਜੀ ਆਟਿਜ਼ਮ ਸਪੈਕਟਰਮ ਡਿਸਆਰਡਰ ਦੀ। ਇਹਦੇ ਵਿੱਚ ਮੇਨਲੀ ਕਮਿਊਨੀਕੇਸ਼ਨ ਦੀ ਸਮੱਸਿਆ ਆਉਂਦੀ ਹੈ, ਜਿਵੇਂ ਕਿ ਕੋਈ ਕੰਮ ਵਗੈਰਾ ਕਰਨਾ ਹੋਵੇ, ਸੋਸ਼ਲ ਐਕਟੀਵਿਟੀਜ਼ ਕਰਨੀਆਂ ਹੋਣ, ਇੱਕੋ ਜਿਹੜਾ ਕੰਮ ਹੁੰਦਾ ਜੀ ਉਹਨੂੰ ਵਾਰ-ਵਾਰ ਰਿਪੀਟ ਕਰਦੇ ਰਹਿੰਦੇ ਨੇ ਜੀ ਆਟਿਜ਼ਮ ਸਪੈਕਟਰਮ ਡਿਸਆਰਡਰ ਦੇ ਵਿੱਚ। ਇਹਦੇ ਵਿੱਚ ਬੱਚਿਆਂ ਦੇ ਜਿਹੜੇ ਐਕਸ਼ਨ ਹੁੰਦੇ ਆ ਉਹਨਾਂ ਦੇ ਐਕਸ਼ਨ ਤੇ ਖੁਦ ਦਾ ਉਹਨਾਂ ਦਾ ਕਾਬੂ ਨਹੀਂ ਰਹਿੰਦਾ ਜੀ, ਤੇ ਇਸ ਦੇ ਨਾਲ ਹੀ ਜਿਹੜਾ ਵੀ ਉਹਨਾਂ ਨੇ ਕੰਮ ਕਰਨਾ ਹੁੰਦਾ, ਵੀ ਕੋਈ ਕਮਾਂਡ ਦਿੱਤੀ ਜਾਂਦੀ ਹੈ ਬਹੁਤ ਲੇਟ ਜਾ ਕਰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸੈਰੇਬਰਲ ਪੈਲਸੀ ਦੀ। ਇਹ ਕੀ ਹੈ ਜੀ, ਇੱਕ ਬ੍ਰੇਨ ਡੈਮੇਜ ਦੀ ਸਮੱਸਿਆ ਹੈਗੀ ਆ। ਇਹਦੇ ਵਿੱਚ ਹੁੰਦਾ ਕੀ ਹੈ, ਜਦੋਂ ਛੋਟੀ ਉਮਰ ਦੇ ਵਿੱਚ ਕਿਸੇ ਬਿਮਾਰੀ ਕਰਕੇ ਜਾਂ ਫਿਰ ਵੈਸੇ ਜਦੋਂ ਬੱਚੇ ਦਾ ਬ੍ਰੇਨ ਡੈਮੇਜ ਹੋ ਜਾਂਦਾ, ਇਹਦੇ ਨਾਲ ਹੁੰਦਾ ਕੀ ਹੈ, ਜਿਹੜਾ ਬੱਚਾ ਹੁੰਦਾ ਹੈ ਨਾ ਐਬਨੋਰਮਲੀ ਡਿਵੈਲਪ ਹੋਣ ਲੱਗ ਜਾਂਦਾ। ਐਬਨੋਰਮਲੀ ਡਿਵੈਲਪਮੈਂਟ ਹੋਣ ਦੇ ਨਾਲ ਉਹਦਾ ਜਿਹੜਾ ਬ੍ਰੇਨ ਦਾ ਕੰਟਰੋਲ ਹੈ ਉਹਦੀ ਬਾਡੀ ਮੂਵਮੈਂਟ ਤੇ ਉਹ ਨਹੀਂ ਰਹਿੰਦਾ। ਇਹਦੇ ਵਿੱਚ ਬੱਚਾ ਜਿਹੜੀ ਮੂਵਮੈਂਟ ਹੈ ਤੇ ਕੋਆਰਡੀਨੇਸ਼ਨ ਹੈ ਬਾਡੀ ਦਾ ਤੇ ਬ੍ਰੇਨ ਨਾਲ, ਉਹ ਨਹੀਂ ਚੰਗੀ ਤਰ੍ਹਾਂ ਕਰ ਪਾਉਂਦਾ। ਸਪੀਚ ਐਂਡ ਈਟਿੰਗ, ਇਹਦੇ ਵਿੱਚ ਕਹਿ ਲਓ ਕਿ ਜਦੋਂ ਵੀ ਉਹ ਬੋਲਣ ਲੱਗਦਾ ਹੈ ਵੀ ਉਹਦੇ ਵਿੱਚ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ। ਜਿਵੇਂ ਕਿ ਜਦੋਂ ਬੱਚਾ ਭਾਸ਼ਾ ਵਗੈਰਾ ਸਿੱਖ ਰਿਹਾ ਹੁੰਦਾ ਨਾ, ਸਪੀਚਿੰਗ ਦੀ ਜਦੋਂ ਗੱਲ ਕਰਦੇ ਆ ਆਪਾਂ, ਵੀ ਉਹਦੇ ਵਿੱਚ ਕਾਫੀ ਜ਼ਿਆਦਾ ਟਾਈਮ ਵੇਖਣ ਨੂੰ ਮਿਲਦਾ ਹੈ। ਬੋਲਣ ਲੱਗੇ ਉਹਨੂੰ ਬੜੀ ਤਕਲੀਫ ਹੁੰਦੀ ਹੈ, ਜਾਂ ਫਿਰ ਕਹਿ ਲਓ ਕਿ ਉਹਨੂੰ ਸਮੱਸਿਆਵਾਂ ਆਉਂਦੀਆਂ ਨੇ ਜੀ ਬੋਲਣ ਲੱਗੇ ਵੀ। ਇਸ ਤੋਂ ਬਾਅਦ ਕਹਿ ਲਓ ਕਿ ਜਦੋਂ ਉਹਨੇ ਰੋਟੀ ਵਗੈਰਾ ਖਾਣੀ ਹੁੰਦੀ ਹੈ ਜੀ, ਉਹਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਬੱਚਿਆਂ ਨੂੰ। ਡਿਵੈਲਪਮੈਂਟ ਦੇ ਵਿੱਚ ਵੀ ਕਹਿ ਸਕਦੇ ਆ ਲਰਨਿੰਗ ਡਿਫਿਕਲਟੀਜ਼ ਕਾਫੀ ਵੇਖਣ ਨੂੰ ਮਿਲਦੀਆਂ ਨੇ ਜੀ। ਇੰਟੈਲੈਕਚੁਅਲ ਡਿਸੇਬਿਲਿਟੀਜ਼ ਵੀ ਇਹਦੇ ਵਿੱਚ ਹੀ ਵੇਖਣ ਨੂੰ ਮਿਲੇਗੀ। ਸੋ ਇਹਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ, ਬਟ ਬੇਸਿਕਲੀ ਜਿਹੜੀ ਗੱਲ ਹੈ ਜੀ ਇਹਦੇ ਵਿੱਚ ਮੇਨਲੀ ਬ੍ਰੇਨ ਡੈਮੇਜ ਤੋਂ ਸੰਬੰਧਿਤ ਹੈ। PSTD ਤੇ ਜੇ ਗੱਲ ਕਰੀਏ, ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ, ਇਹ ਕੀ ਹੁੰਦਾ ਹੈ ਜੀ, ਜਦੋਂ ਮੰਨ ਲਓ ਕਿ ਕੋਈ ਇਹੋ ਜਿਹਾ ਐਕਸੀਡੈਂਟ ਹੋ ਗਿਆ ਜਾਂ ਫਿਰ ਕਹਿ ਲਓ ਕਿ ਉਹਨਾਂ ਦੇ ਪੇਰੈਂਟਸ ਦੇ ਵਿੱਚ ਕੋਈ ਇਹੋ ਜਿਹਾ ਮਿਸਫੋਰਚੂਨ ਹੋ ਜਾਵੇ, ਜਿਹਦੇ ਕਰਕੇ ਉਹ ਜਿਹੜਾ ਇੱਕ ਟਰਾਮਾ ਟਾਈਪ ਹੈ ਨਾ ਉਹਦੇ ਦਿਮਾਗ ਦੇ ਵਿੱਚ, ਉਹ ਸਾਰੀ ਉਮਰ ਲਈ ਜਾਂ ਫਿਰ ਕਾਫੀ ਟਾਈਮ ਲਈ ਉਹ ਰਹਿ ਜਾਂਦੀ ਹੁੰਦੀ ਹੈ ਗੱਲ। ਸੋ ਉਹ ਵੀ ਕਾਫੀ ਉਹਨੂੰ ਜ਼ਿਆਦਾ ਪਰੇਸ਼ਾਨ ਕਰਦੀ ਆ। ਉਹਦੀ ਲਰਨਿੰਗ ਦੇ ਵਿੱਚ ਇਹ ਸਾਰੀਆਂ ਗੱਲਾਂ ਨੇ ਜੀ ਕਾਫੀ ਪ੍ਰਭਾਵਿਤ ਕਰਦੀਆਂ ਨੇ। ਸੋ ਦੋਸਤੋ, ਉਮੀਦ ਕਰਦਾ ਤੁਸੀਂ ਇਹ ਜਿਹੜੇ ਸਾਰੇ ਵੀ ਕਨਸੈਪਟ ਸੀਗੇ ਜੀ ਇਹਨੂੰ ਤੁਸੀਂ ਸਮਝ ਗਏ ਹੋਵੋਗੇ। ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਜ਼ਰੂਰ ਕਰਨਾ ਹੈ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਇਹਦੇ ਨਾਲ ਹੀ ਬੈਲ ਆਈਕਨ ਹੋਏਗਾ, ਤੁਸੀਂ ਉਹਨੂੰ ਵੀ ਪ੍ਰੈਸ ਕਰੋ। ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। God bless you all.